ਪਤੀਰੀ ਰੋਟੀ ਦੇ ਪਰਬ ਦੀ ਪਵਿੱਤਰ ਸਭਾ ਆ ਗਈ ਹੈ। ਅੱਜ ਆਓ ਅਸੀਂ ਪਤੀਰੀ ਰੋਟੀ ਦਾ ਪਰਬ ਅਤੇ ਜਨੂਨ ਸਿਰਲੇਖ ਹੇਠ ਇਸ ਪਰਬ ਦੇ ਅਰਥਾਂ ਉੱਤੇ ਵਿਚਾਰ ਕਰੀਏ। 무교절에 대한 뜻을 다시 한번 되새겨보는 그러한 시간을 갖도록 하겠습니다. ਲਗਭਗ 3500 ਸਾਲ ਪਹਿਲਾਂ ਮੂਸਾ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਪਤੀਰੀ ਰੋਟੀ ਦਾ ਪਰਬ ਨਿਯੁਕਤ ਕੀਤਾ ਸੀ ਜਦੋਂ ਇਸਰਾਏਲੀ ਮਿਸਰ ਛੱਡ ਕੇ ਕਨਾਨ ਨੂੰ ਜਾ ਰਹੇ ਸੀ। ਬਾਈਬਲ ਕਹਿੰਦੀ ਹੈ ਕਿ ਪੁਰਾਣੇ ਨੇਮ ਦੇ ਪਰਬ ਨਵੇਂ ਨੇਮ ਦੀਆਂ ਘਟਨਾਵਾਂ ਦਾ ਇੱਕ ਪਰਛਾਵਾਂ ਹੈ। ਆਖਰਕਾਰ ਇਹ ਮਸੀਹ ਦੇ ਪੂਰੇ ਜੀਵਨ ਵਿੱਚ ਪ੍ਰਗਟ ਹੋ ਗਿਆ। ਪਸਾਹ ਮਨਾਉਣ ਤੋਂ ਅਗਲੇ ਦਿਨ ਇਸਰਾਏਲੀਆਂ ਨੇ ਮਿਸਰ ਛੱਡ ਦਿੱਤਾ ਅਤੇ ਲਾਲ ਸਮੁੰਦਰ ਪਾਰ ਕਰਨ ਤੱਕ ਦੁੱਖ ਚੱਲਿਆ। ਇਹ ਉਸ ਦੁੱਖ ਨੂੰ ਦਰਸਾਉਂਦਾ ਹੈ ਜੋ ਯਿਸੂ ਮਸੀਹ ਨੂੰ ਪਸਾਹ ਨੂੰ ਮਨਾਉਣ ਤੋਂ ਬਾਅਦ ਚੱਲਣਾ ਪਿਆ ਸੀ ਜਦ ਤੱਕ ਉਹ ਅਗਲੇ ਦਿਨ ਸਲੀਬ ਉੱਤੇ ਨਹੀਂ ਚੜਾਏ ਗਏ। ਪਰਮੇਸ਼ਵਰ ਨੇ ਇਹਨਾਂ ਰਿਕਾਰਡਾਂ ਨੂੰ 3500 ਸਾਲ ਪਹਿਲਾਂ ਛੱਡ ਦਿੱਤਾ ਸੀ। ਮਸੀਹ ਦੇ ਸਾਰੇ ਕੰਮ ਸਾਡੇ ਲਈ ਉਦਾਹਰਣ ਹਨ। ਇਸ ਲਈ ਉਹਨਾਂ ਦੇ ਉਦਾਹਰਣ ਦਾ ਪਾਲਣ ਕਰਦੇ ਹੋਏ ਕੀ ਸਾਨੂੰ ਪਰਮੇਸ਼ਵਰ ਦੀ ਮਹਿਮਾ ਲਈ ਅਤੇ ਆਪਣੇ ਪਿਆਰੇ ਸਿਯੋਨ ਪਰਿਵਾਰ ਦੇ ਮੈਂਬਰਾਂ ਲਈ ਨਹੀਂ ਜਿਉਣਾ ਚਾਹੀਦਾ? 2000 ਸਾਲ ਪਹਿਲਾਂ ਸ਼ਾਂਤੀ ਦੇ ਸਮੇਂ ਪਤਰਸ ਅਤੇ ਦੂਜੇ ਚੇਲਿਆਂ ਨੇ ਕਿਹਾ, ਹੇ ਪ੍ਰਭੂ, ਅਸੀਂ ਮੌਤ ਤੱਕ ਤੁਹਾਡੇ ਪਿੱਛੇ ਚੱਲਾਂਗੇ। ਹਾਲਾਂਕਿ ਜਦੋਂ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਿੱਥੇ ਮੌਤ ਅਟਲ ਸੀ, ਫਿਰ ਉਹ ਸਾਰੇ ਭੱਜ ਗਏ। ਇੱਥੋਂ ਤੱਕ ਕਿ ਪਤਰਸ ਨੇ ਵੀ, ਜਿਸ ਨੇ ਸਭ ਤੋਂ ਮਜ਼ਬੂਤ ਵਿਸ਼ਵਾਸ ਹੋਣ ਦਾ ਦਾਅਵਾ ਕੀਤਾ ਸੀ, 3 ਵਾਰ ਯਿਸੂ ਦਾ ਇਨਕਾਰ ਕੀਤਾ। ਯਿਸੂ ਉਹਨਾਂ ਦੇ ਮਨ ਅਤੇ ਉਹਨਾਂ ਦੇ ਵਿਸ਼ਵਾਸ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ। ਇਸ ਤਰ੍ਹਾਂ ਕਿ ਉਹਨਾਂ ਨੇ ਉਹਨਾਂ ਨੂੰ ਨਹੀਂ ਦੱਸਿਆ ਕਿ ਉਹ ਉਹਨਾਂ ਦਾ ਇਨਕਾਰ ਕਰਨਗੇ ਅਤੇ ਛੱਡ ਦੇਣਗੇ। ਪਰਮੇਸ਼ਵਰ ਜਾਣਦੇ ਹਨ ਕਿ ਮਨੁੱਖ ਕਿੰਨੇ ਕਮਜ਼ੋਰ ਹਨ। ਉਹ ਜਾਣਦੇ ਹਨ ਕਿ ਸਾਡੇ ਮਨ ਵਿੱਚ ਜੋ ਕੁਝ ਵੀ ਹੈ, ਉਸ ਦੇ ਬਾਵਜੂਦ ਚੁਣੌਤੀਪੂਰਨ ਸਥਿਤੀਆਂ ਵਿੱਚ ਸਾਡੀਆਂ ਕਮਜ਼ੋਰੀਆਂ ਪ੍ਰਗਟ ਹੋਣਗੀਆਂ। ਇਸ ਲਈ ਉਹਨਾਂ ਨੇ ਪਤਰਸ ਨੂੰ ਕਿਹਾ, ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਂਗਾ। ਯਿਸੂ ਦੇ ਚੇਲਿਆਂ ਨੇ ਉਹਨਾਂ ਦਾ ਇਨਕਾਰ ਕੀਤਾ। ਯਹੂਦਾ ਇਸਕਰਿਯੋਤੀ, ਜੋ ਕਿ ਰਸੂਲਾਂ ਵਿੱਚੋਂ ਇੱਕ ਸੀ, ਨੇ ਵੀ ਉਹਨਾਂ ਨੂੰ ਧੋਖਾ ਦਿੱਤਾ। ਇਸ ਬਾਰੇ ਸੋਚੋ ਕਿ ਜਦੋਂ ਉਹਨਾਂ ਦੇ ਚੇਲਿਆਂ ਨੇ ਉਹਨਾਂ ਨੂੰ ਛੱਡ ਦਿੱਤਾ ਤਾਂ ਉਹਨਾਂ ਨੂੰ ਕਿਵੇਂ ਲੱਗਿਆ ਹੋਵੇਗਾ। ਚੇਲਿਆਂ ਨੂੰ ਉਹ ਹੋਣਾ ਚਾਹੀਦਾ ਸੀ ਜਿਨ੍ਹਾਂ ਉੱਤੇ ਉਹ ਭਰੋਸਾ ਕਰ ਸਕਣ। ਉਹਨਾਂ ਨੇ ਕਿਹਾ, ਮੈਂ ਮਰਨ ਤੱਕ ਤੁਹਾਡੇ ਪਿੱਛੇ ਚੱਲਾਂਗਾ। ਉਹਨਾਂ ਨੇ ਅੰਦਰੋਂ ਅਜਿਹੇ ਦਰਦ ਨੂੰ ਝੱਲਿਆ। ਉਸੇ ਸਮੇਂ ਉਹ ਸਰੀਰਕ ਦਰਦ ਵਿੱਚੋਂ ਲੰਘ ਗਏ, ਅਣਗਿਣਤ ਮਖੌਲ ਅਤੇ ਇੱਥੋਂ ਤੱਕ ਕਿ ਸਲੀਬ ਉੱਤੇ ਦੁੱਖ ਨੂੰ ਵੀ ਝੱਲਿਆ। ਉਹ ਅਜਿਹੇ ਸਮੇਂ ਵਿੱਚੋਂ ਲੰਘੇ ਜਦੋਂ ਅੰਦਰੂਨੀ ਦਰਦ ਅਤੇ ਬਾਹਰੀ ਦਰਦ ਆਪਸ ਵਿੱਚ ਜੁੜੇ ਹੋਏ ਸੀ, ਜਦੋਂ ਦੁੱਖ ਲਗਾਤਾਰ ਵੱਧਦਾ ਜਾ ਰਿਹਾ ਸੀ। ਅਜਿਹੇ ਲੋਕ ਹਨ ਜੋ ਦਾਅਵਾ ਕਰਦੇ ਹਨ, ਮੈਂ ਮਸੀਹ ਦੇ ਨਕਸ਼ੇ ਕਦਮਾਂ ਤੇ ਚੱਲਦਾ ਹਾਂ, ਪਰ ਜਦੋਂ ਉਹ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਤਾਂ ਆਪਣੇ ਵਿਸ਼ਵਾਸ ਦੀ ਯਾਤਰਾ ਨੂੰ ਰੋਕ ਦਿੰਦੇ ਹਨ। ਇਸ ਤੋਂ ਇਲਾਵਾ ਅਜਿਹੇ ਲੋਕ ਵੀ ਹਨ ਜੋ ਸਵਰਗ ਵੱਲ ਲੈ ਜਾਣ ਵਾਲੇ ਇਸ ਮਾਰਗ ਤੋਂ ਮੂੰਹ ਮੋੜ ਲੈਂਦੇ ਹਨ। ਪਹਿਲੇ ਚਰਚ ਵਿੱਚ ਅਤੇ ਇਸ ਯੁੱਗ ਵਿੱਚ ਵੀ ਅਜਿਹੀ ਹੀ ਸਥਿਤੀ ਹੈ। ਹਾਲਾਂਕਿ ਜਦੋਂ ਅਸੀਂ ਇਹਨਾਂ ਵਿਪਤਾਵਾਂ ਉੱਤੇ ਜਿੱਤਦੇ ਹਾਂ ਤਾਂ ਸਾਨੂੰ ਸਵਰਗ ਵਿੱਚ ਮਹਿਮਾ ਦਾ ਮੁਕੁਟ ਦਿੱਤਾ ਜਾਵੇਗਾ, ਹੈ ਨਾ? ਕੀ ਪਤੀਰੀ ਰੋਟੀ ਦਾ ਪਰਬ ਮਸੀਹ ਦੇ ਦੁੱਖਾਂ ਨੂੰ ਯਾਦ ਨਹੀਂ ਕਰਵਾਉਂਦਾ? ਪਰਮੇਸ਼ਵਰ ਨੇ ਇਸ ਪਰਬ ਤੇ ਵਰਤ ਰੱਖਣ ਦਾ ਨਿਯਮ ਨਿਯੁਕਤ ਕੀਤਾ। ਦੁਪਹਿਰ 3 ਵਜੇ ਤੱਕ ਕੁਝ ਵੀ ਨਹੀਂ ਖਾਣਾ ਸਾਡੇ ਲਈ ਚੁਣੌਤੀਪੂਰਨ ਹੈ। ਫਿਰ ਆਓ ਅਸੀਂ ਮਸੀਹ ਬਾਰੇ ਸੋਚਣ ਲਈ ਕੁਝ ਸਮਾਂ ਲਈਏ, ਜਿਨ੍ਹਾਂ ਨੇ ਸਖਤ ਕੋੜਿਆਂ ਨੂੰ ਝੱਲਿਆ ਅਤੇ ਸਲੀਬ ਨੂੰ ਚੁੱਕਿਆ। ਸਾਨੂੰ ਸੋਚਣਾ ਚਾਹੀਦਾ ਹੈ, ਪਰਮੇਸ਼ਵਰ, ਜੋ ਮਾਣ, ਵਡਿਆਈ ਅਤੇ ਪ੍ਰਸ਼ੰਸਾ ਦੇ ਯੋਗ ਹਨ, ਇਸ ਧਰਤੀ ਤੇ ਕਿਉਂ ਆਏ ਅਤੇ ਇਸ ਤਰ੍ਹਾਂ ਦਾ ਜੀਵਨ ਕਿਉਂ ਬਤੀਤ ਕੀਤਾ?
무엇 때문에 이 땅까지 오셔서 이런 삶을 걸어가셨을까? ਇਹ ਸਾਨੂੰ ਪਾਪੀਆਂ ਨੂੰ ਬਚਾਉਣ ਲਈ ਸੀ। 살리시기 위해서. ਇਹ ਸਾਡੇ ਪਾਪਾਂ ਦੇ ਕਾਰਨ 내 ਸੀ। 죄 때문이었고 내 허물 때문이었고. ਜਦੋਂ ਅਸੀਂ ਇਸ ਤੱਥ ਤੇ ਵਿਚਾਰ ਕਰਦੇ ਹਾਂ ਕਿ ਅਸੀਂ ਆਪਣੇ ਪਾਪਾਂ ਦਾ ਬੋਝ ਮਸੀਹ ਉੱਤੇ ਪਾਉਂਦੇ ਹਾਂ ਤਾਂ ਸਾਨੂੰ ਮਸੀਹ ਦੇ ਜੀਵਨ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 우리 역시도 그리스도의 삶을 ਸਾਨੂੰ ਆਪਣੇ ਸੀਯੋਨ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਅਤੇ ਮੁਕਤੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਜੋ ਸੱਚਾਈ ਵਿੱਚ ਹਨ ਪਰ ਅਜੇ ਤੱਕ ਦੁਨੀਆ ਦੇ ਆਪਣੇ ਤਰੀਕਿਆਂ ਤੋਂ ਦੂਰ ਨਹੀਂ ਹੋਏ ਹਾਂ। 그들을 잘 또 건사해서 구원에 동참시킬 수 있도록 바른 길을 늘 ਉਹਨਾਂ ਨੂੰ ਸਹੀ ਮਾਰਗ ਤੇ ਚਲਾਉਣਾ ਸਾਡੀ ਜ਼ਿੰਮੇਵਾਰੀ ਹੈ। 형제 자매들이 다 되셔야 되겠습니다. 이 무교절은 ਸਾਨੂੰ 그냥 ਪਤੀਰੀ ਰੋਟੀ ਦਾ ਪਰਬ ਸਿਰਫ ਇੱਕ ਪਰਬ ਨਹੀਂ ਸਮਝਣਾ ਚਾਹੀਦਾ। 끝내버릴 것이 아니라 ਸਾਨੂੰ ਆਪਣੇ ਜੀਵਨ ਜਿਉਣ ਦੇ ਤਰੀਕੇ ਨੂੰ ਬਦਲਣ ਅਤੇ ਮਸੀਹ ਦੇ ਜੀਵਨ ਦਾ ਪਾਲਣਾ ਕਰਨ ਲਈ ਪੱਕਾ ਇਰਾਦਾ ਕਰਨਾ ਚਾਹੀਦਾ ਹੈ। 하겠다는 이런 각오와 또 결의가 ਕੇਵਲ ਤਦ ਹੀ ਅਸੀਂ ਇਸ ਪਰਬ ਦੇ ਅਰਥ ਨੂੰ ਪੂਰਾ ਕਰ ਸਕਦੇ ਹਾਂ ਜੋ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੇ ਸਾਨੂੰ ਦਿੱਤਾ ਹੈ। 온전히 또 완성되어질 수 있다라고 볼 수 있겠습니다. ਫਿਰ ਆਓ ਅਸੀਂ ਲੇਵੀਆਨ ਦੀ ਪੋਥੀ ਅਧਿਆਇ 23 ਖੋਲੀਏ ਅਤੇ ਪੁਰਾਣੇ ਨੇਮ ਵਿੱਚ ਇਸ ਪਰਬ ਦੇ ਅਰਥ ਉੱਤੇ ਵਿਚਾਰ ਕਰੀਏ। 주신 그 뜻을 한번 되새겨 보도록 합시다. ਆਓ ਅਸੀਂ ਲੇਵੀਆਨ ਦੀ ਪੋਥੀ ਅਧਿਆਇ 23 ਵਚਨ 5 ਉੱਤੇ ਜਾਈਏ। ਆਓ ਅਸੀਂ ਅਧਿਆਇ 23 ਵਚਨ 5 ਉੱਤੇ ਇੱਕ ਨਜ਼ਰ ਪਾਈਏ। ਪਹਿਲੇ ਮਹੀਨੇ ਦੀ 14ਵੀਂ ਮਿਤੀ ਨੂੰ ਸੰਧਿਆ ਵੇਲੇ ਤਾਈਂ ਯਹੋਵਾਹ ਦਾ ਪਸਾਹ ਦਾ ਪਰਬ ਹੈ ਅਤੇ ਉਸ ਮਹੀਨੇ ਦੀ 15ਵੀਂ ਮਿਤੀ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ। 7 ਦਿਨ ਤੋੜੀ ਤੁਸਾਂ ਪਤੀਰੀ ਰੋਟੀ ਖਾਣੀ। ਪਹਿਲੇ ਇੱਕ ਦਿਨ ਪਵਿੱਤਰ ਸਭਾ ਹੋਵੇ, ਤੁਸੀਂ ਕੋਈ ਕੰਮ ਧੰਦਾ ਨਾ ਕਰਨਾ। 하지 말지며 ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਉਹਨਾਂ ਨੇ ਬਿਨਾਂ ਖਮੀਰ ਦੀ ਰੋਟੀ ਖਾਣੀ ਸੀ। 평상시에 먹는 떡은 ਜੋ ਰੋਟੀ ਉਹ ਆਮ ਤੌਰ ਤੇ ਖਾਂਦੇ ਹਨ ਉਹ ਨਰਮ ਹੁੰਦੀ ਹੈ ਪਰ ਪਤੀਰੀ ਰੋਟੀ ਦੇ ਪਰਬ ਦੌਰਾਨ ਉਹ ਦੁੱਖਾਂ ਨੂੰ ਯਾਦ ਰੱਖਣ ਲਈ ਬਿਨਾਂ ਖਮੀਰ ਦੀ ਰੋਟੀ ਅਤੇ ਕੌੜੀ ਭਾਜੀ ਖਾਂਦੇ ਸੀ। 선나물까지 아울러 먹는 이와 같은 절기가 무교절이었던 것입니다. 자, 그렇다면 ਇਸ ਪਰਬ ਦੀ ਸਥਾਪਨਾ ਦੇ ਪਿੱਛੇ ਦੇ ਅਰਥ ਨੂੰ ਸਮਝਣ ਲਈ ਆਓ ਅਸੀਂ ਕੂਚ ਅਧਿਆਇ 14 ਉੱਤੇ ਇੱਕ ਨਜ਼ਰ ਪਾਈਏ। 14장을 통해서 확인해 보겠습니다. ਕੂਚ ਅਧਿਆਇ 14 ਕੂਚ ਅਧਿਆਇ 14 ਵਚਨ 1 ਵਿੱਚ ਇਹ ਲਿਖਿਆ ਹੈ, ਯਹੋਵਾਹ ਮੂਸਾ ਨਾਲ ਬੋਲਿਆ, ਇਸਰਾਏਲੀਆਂ ਨੂੰ ਬੋਲ ਕਿ ਉਹ ਮੁੜ ਜਾਣ ਅਰਪੀ ਹਹੀਰੋਥ ਦੇ ਸਾਹਮਣੇ ਮਿਗਦੋਲ ਅਰ ਸਮੁੰਦਰ ਦੇ ਵਿਚਕਾਰ ਬਾਲ ਸਫੋਨ ਦੇ ਸਾਹਮਣੇ ਡੇਰਾ ਲਾਉਣ। ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ। ਫਿਰੌਨ ਇਸਰਾਏਲੀਆਂ ਲਈ ਆਖੇਗਾ ਕਿ ਉਹ ਧਰਤੀ ਵਿੱਚ ਫਸ ਗਏ ਹਨ ਅਰ ਉਜਾੜ ਨੇ ਉਹਨਾਂ ਨੂੰ ਅਟਕਾ ਲਿਆ ਹੈ। 광야에 갇힌 바 되었다 할지라 내가 바로의 마음을 강팍케 한 ਮੈਂ ਫਿਰੌਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਉਹ ਉਹਨਾਂ ਦਾ ਪਿੱਛਾ ਕਰੇਗਾ ਅਤੇ ਮੈਂ ਫਿਰੌਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾ ਹਾਂ। 나를 여호와인 줄 알게 하리라 하시며 ਫਿਰ ਉਹਨਾਂ ਨੇ ਤਿਵੇਂ ਹੀ ਕੀਤਾ। ਤਾਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਉਹ ਲੋਕ ਨੱਠ ਗਏ ਹਨ। ਤਾਂ ਫਿਰੌਨ ਅਰ ਉਸ ਦੇ ਟਹਿਲੂਆਨ ਦੇ ਮਨ ਉਹਨਾਂ ਲੋਕਾਂ ਵੱਲੋਂ ਫਿਰ ਗਏ ਅਤੇ ਉਹਨਾਂ ਨੇ ਆਖਿਆ, ਇਹ ਕੀ ਹੈ ਜੋ ਆਪਾਂ ਕੀਤਾ ਕਿ ਆਪਾਂ ਇਸਰਾਏਲ ਨੂੰ ਆਪਣੀ ਟਹਿਲ ਤੋਂ ਜਾਣ ਦਿੱਤਾ। ਤਾਂ ਉਸਨੇ ਆਪਣਾ ਰੱਥ ਜੁੜਾਇਆ ਅਰ ਆਪਣੀ ਰਈਅਤ ਨੂੰ ਨਾਲ ਲਿਆ। ਨਾਲੇ ਉਸਨੇ 600 ਚੁਗਵੇਂ ਰੱਥ ਅਰ ਮਿਸਰ ਦੇ ਬਾਕੀ ਰੱਥ ਵੀ ਲਏ ਅਤੇ ਸਾਰਿਆਂ ਉੱਤੇ ਅਫਸਰ ਬਹਾਏ। ਅਰ ਯਹੋਵਾਹ ਨੇ ਮਿਸਰ ਦੇ ਰਾਜੇ ਫਿਰੌਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਇਸਰਾਏਲੀ ਜ਼ਬਰਦਸਤੀ ਨਾਲ ਨਿਕਲਦੇ ਜਾਂਦੇ ਸਨ। ਅਰ ਮਿਸਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਫਿਰੌਨ ਦੇ ਸਾਰੇ ਘੋੜੇ ਅਰ ਰੱਥ ਅਰ ਉਸ ਦੇ ਕੋਲ ਚੜ੍ਹੇ ਅਰ ਉਸ ਦੀ ਫੌਜ ਉਹਨਾਂ ਦੇ ਤੰਬੂ ਲਾਉਂਦਿਆਂ ਤੇ ਸਮੁੰਦਰ ਦੇ ਕੋਲ ਅਰਪੀ ਹਹੀਰੋਥ ਦੇ ਕੋਲ ਬਾਲ ਸਫੋਨ ਦੇ ਸਾਹਮਣੇ ਜਾ ਟੱਕਰੀ। ਵਚਨ 10 ਜਦ ਫਿਰੌਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਹਨਾਂ ਦੇ ਪਿੱਛੇ ਆ ਰਹੇ ਸਨ ਤਾਂ ਉਹ ਬਹੁਤ ਹੀ ਡਰੇ ਅਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ। ਉਪਰੰਤ ਉਹਨਾਂ ਨੇ ਮੂਸਾ ਨੂੰ ਆਖਿਆ ਕਿ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈ। ਇਹ ਤੈਂ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈ। ਇਹ ਉਹੋ ਹੀ ਗੱਲ ਤਾਂ ਨਹੀਂ ਜਿਹੜੀ ਅਸਾਂ ਤੈਨੂੰ ਮਿਸਰ ਵਿੱਚ ਆਖੀ ਸੀ ਭਈ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ ਕਿਉਂਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ। ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਔਰ ਯਹੋਵਾਹ ਦੇ ਬਚਾਓ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫਿਰ ਸਦਾ ਤੀਕ ਕਦੀ ਨਾ ਵੇਖੋਗੇ। ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸਾਂ ਚੁੱਪ ਹੀ ਰਹਿਣਾ।
ਮਿਸਰੀ ਫੌਜ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਦੇ ਲਾਲ ਸਮੁੰਦਰ ਨੂੰ ਪਾਰ ਕਰਨ ਤੱਕ ਦੁੱਖ ਜਾਰੀ ਰਿਹਾ। ਪਰਮੇਸ਼ਵਰ ਨੇ ਦਿਨ ਨੂੰ ਬੱਦਲ ਦੇ ਥੰਮ ਦੁਆਰਾ ਅਤੇ ਰਾਤ ਨੂੰ ਅੱਗ ਦੇ ਥੰਮ ਦੁਆਰਾ ਉਹਨਾਂ ਦੀ ਅਗਵਾਈ ਕੀਤੀ, ਪਰ ਉਹ ਮਿਸਰੀ ਫੌਜ ਤੋਂ ਡਰਦੇ ਸੀ। 이와 같은 그 영광의 모습 가운데서도 이들은 애국 군대를 더 두려워했습니다. 그래서 홍해를 무사히 다 ਉਹਨਾਂ ਦੁਆਰਾ ਝੱਲੇ ਗਏ ਦੁੱਖਾਂ ਨੂੰ ਯਾਦ ਕਰਨ ਲਈ 겪었던 이 ਪਰਮੇਸ਼ਵਰ ਨੇ ਪਵਿੱਤਰ ਕੈਲੰਡਰ ਅਨੁਸਾਰ ਪਹਿਲੇ ਮਹੀਨੇ ਦੇ 15ਵੇਂ ਦਿਨ ਪਤੀਰੀ ਰੋਟੀ ਦਾ ਪਰਵ ਸਥਾਪਿਤ ਕੀਤਾ। 이 날을 택해서 무교절이라는 절기를 정하시게 된 것입니다. ਸਾਨੂੰ ਵੀ ਹਮੇਸ਼ਾ ਆਪਣੀਆਂ ਆਤਮਾਵਾਂ ਉੱਤੇ ਉਹਨਾਂ ਦੁੱਖਾਂ ਨੂੰ ਉਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚੋਂ ਮਸੀਹ ਲੰਘੇ ਸੀ। ਸਾਨੂੰ ਉਹਨਾਂ ਨੂੰ ਉਦੋਂ ਤੱਕ ਯਾਦ ਰੱਖਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਆਤਮਿਕ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰਦੇ। ਸਾਨੂੰ ਉਸ ਦੁੱਖ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਿਸ ਨਾਲ ਮਸੀਹ ਪਸਾਹ ਮਨਾਉਣ ਤੋਂ ਬਾਅਦ ਲੰਘੇ ਸੀ। ਭਾਵੇਂ ਅਸੀਂ ਕਿੰਨੀਆਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰੀਏ, ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਸਾਨੂੰ ਮਸੀਹ ਦੇ ਜੀਵਨ ਨੂੰ ਉਹਨਾਂ ਮੁਸ਼ਕਿਲਾਂ ਦੁਆਰਾ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਦਾ ਅਸੀਂ ਸਾਹਮਣਾ ਕਰਦੇ ਹਾਂ। ਇਸ ਧਰਤੀ ਉੱਤੇ ਰਹਿਣਾ ਸੱਚਮੁੱਚ ਚੁਣੌਤੀਪੂਰਨ ਹੈ। ਫਿਰ ਜਦੋਂ ਮਸੀਹ ਨੇ ਮਨੁੱਖਜਾਤੀ ਨੂੰ ਬਚਾਉਣ ਲਈ ਸਲੀਬ ਚੁੱਕੀ ਹੋਵੇਗੀ ਤਾਂ ਉਹਨਾਂ ਨੂੰ ਕਿਵੇਂ ਲੱਗਿਆ ਹੋਵੇਗਾ? ਪਿਤਾ ਜੀ ਨੂੰ ਕਿਵੇਂ ਲੱਗਿਆ ਹੋਵੇਗਾ? ਮਾਤਾ ਜੀ ਨੂੰ ਕਿਵੇਂ ਲੱਗਿਆ ਹੋਵੇਗਾ? ਜਦੋਂ ਅਸੀਂ ਆਪਣੀਆਂ ਮੁਸ਼ਕਿਲਾਂ ਨੂੰ ਝੱਲਦੇ ਹਾਂ ਅਤੇ ਉਹਨਾਂ ਉੱਤੇ ਜਿੱਤ ਪਾਉਂਦੇ ਹਾਂ ਤਾਂ ਸਾਨੂੰ ਇਹਨਾਂ ਵਿਚਾਰਾਂ ਤੇ ਵਿਚਾਰ ਕਰਨਾ ਚਾਹੀਦਾ ਹੈ। ਆਓ ਅਸੀਂ ਕੁਝ ਉਦਾਹਰਨਾਂ ਦੀ ਜਾਂਚ ਕਰੀਏ ਜਿਨ੍ਹਾਂ ਵਿੱਚੋਂ 2000 ਸਾਲ ਪਹਿਲਾਂ ਮਸੀਹ ਲੰਘੇ ਸੀ ਜਦੋਂ ਉਹ ਸਾਨੂੰ ਬਚਾਉਣ ਲਈ ਆਏ ਸੀ। ਆਓ ਅਸੀਂ ਲੂਕਾ ਅਧਿਆਇ 23 ਵਚਨ 33 ਉੱਤੇ ਇੱਕ ਨਜ਼ਰ ਪਾਈਏ। ਅਤੇ ਜਾਂ ਉਸ ਥਾਂ ਪਹੁੰਚੇ ਜੋ ਕਲਵਰੀ ਕਹਾਉਂਦਾ ਹੈ ਤਾਂ ਉਹਨੂੰ ਉੱਥੇ ਸਲੀਬ ਤੇ ਚੜਾਇਆ ਅਤੇ ਉਹਨਾਂ ਬੁਰਿਆਰਾਂ ਨੂੰ ਵੀ ਇੱਕ ਸੱਜੇ ਅਤੇ ਦੁਆ ਖੱਬੇ। ਤਦ ਯਿਸੂ ਨੇ ਆਖਿਆ, ਹੇ ਪਿਤਾ ਉਹਨਾਂ ਨੂੰ ਮਾਫ ਕਰ ਕਿਉਂ ਜੋ ਉਹ ਨਹੀਂ ਜਾਣਦੇ ਪਈ ਕੀ ਕਰਦੇ ਹਨ, ਅਤੇ ਉਹਨਾਂ ਉਸ ਦੇ ਕੱਪੜੇ ਵੰਡ ਕੇ ਗੁਣੇ ਪਾਏ। ਹਰ ਲੋਕ ਖਲੋਤੇ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਭਈ ਇਹਨੇ ਹੋਰਨਾਂ ਨੂੰ ਬਚਾਇਆ। ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਹਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ। ਸਿਪਾਹੀਆਂ ਨੇ ਵੀ ਉਸ ਨਾਲ ਠੱਠਾ ਕੀਤਾ ਅਤੇ ਨੇੜੇ ਆਣ ਕੇ ਉਹਨੂੰ ਸਿਰਕਾ ਦਿੱਤਾ ਅਤੇ ਆਖਿਆ, ਜੇ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ ਤਾਂ ਆਪਣੇ ਆਪ ਨੂੰ ਬਚਾ ਲੈ। ਅਰ ਉਹਦੇ ਉਤਾਹਾਂ ਇਹ ਲਿਖਤ ਵੀ ਲਾਈ ਹੋਈ ਸੀ, ਜੋ ਇਹ ਯਹੂਦੀਆਂ ਦਾ ਪਾਤਸ਼ਾਹ ਹੈ। ਉਹਨਾਂ ਬੁਰਿਆਰਾਂ ਵਿੱਚੋਂ ਜਿਹੜੇ ਟੰਗੇ ਹੋਏ ਸਨ ਇੱਕ ਨੇ ਇਹ ਕਹਿ ਕੇ ਉਸ ਨੂੰ ਮਿਹਣਾ ਮਾਰਿਆ ਕਿ ਭਲਾ ਤੂੰ ਮਸੀਹ ਨਹੀਂ ਹੈ ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ। ਪਰ ਦੂਏ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ? ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ, ਪਰ ਉਹਨੇ ਕੋਈ ਔਗੁਣ ਨਹੀਂ ਕੀਤਾ। ਅਤੇ ਉਹਨੇ ਆਖਿਆ, ਹੇ ਯਿਸੂ ਜਦ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ। ਉਸਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਗਾ। ਜਦੋਂ ਅਸੀਂ ਲੂਕਾ ਅਧਿਆਇ 23 ਵਚਨ 33 ਤੋਂ 39 ਪੜ੍ਹਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਦੀ ਨਿੰਦਿਆ ਕੀਤੀ। ਇਹਨਾਂ ਲੋਕਾਂ ਨੇ ਯਿਸੂ ਦਾ ਮਜ਼ਾਕ ਉਡਾਉਣ ਤੋਂ ਝਿਜਕ ਨਹੀਂ ਕੀਤੀ। ਇੱਥੋਂ ਤੱਕ ਕਿ ਖੱਬੇ ਪਾਸੇ ਦੇ ਲੁਟੇਰੇ ਨੇ ਵੀ, ਜਿਸ ਨੂੰ ਆਪਣੇ ਖੁਦ ਦੇ ਘਿਨਾਉਣੇ ਅਪਰਾਧਾਂ ਲਈ ਸਲੀਬ ਉੱਤੇ ਚੜਾਇਆ ਗਿਆ ਸੀ, ਬਿਨਾਂ ਕਿਸੇ ਪਾਪ ਦੇ ਸਲੀਬ ਦਿੱਤੀ ਗਈ ਯਿਸੂ ਦਾ ਮਜ਼ਾਕ ਉਡਾਇਆ। 2000 ਸਾਲ ਪਹਿਲਾਂ ਜਦੋਂ ਸਾਡੇ ਸਵਰਗੀ ਪਿਤਾ ਸਾਨੂੰ ਬਚਾਉਣ ਲਈ ਇਸ ਧਰਤੀ ਤੇ ਆਏ ਤਾਂ ਉਹਨਾਂ ਨੇ ਇਸ ਦਾ ਅਨੁਭਵ ਕੀਤਾ। ਆਓ ਅਸੀਂ ਮੱਤੀ ਅਧਿਆਇ 26 ਵਚਨ 62 ਉੱਤੇ ਇੱਕ ਨਜ਼ਰ ਪਾਈਏ। ਅਤੇ ਸਰਦਾਰ ਜਾਜਕ ਨੇ ਖਲੋ ਕੇ ਉਹਨੂੰ ਆਖਿਆ, ਕੀ ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਉਗਾਹੀ ਦਿੰਦੇ ਹਨ? ਪਰ ਯਿਸੂ ਚੁੱਪ ਹੀ ਰਿਹਾ ਅਤੇ ਸਰਦਾਰ ਜਾਜਕ ਨੇ ਉਹਨੂੰ ਆਖਿਆ, ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ ਭਈ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਸਾਨੂੰ ਦੱਸ। ਯਿਸੂ ਨੇ ਉਹਨੂੰ ਕਿਹਾ, ਤੈਂ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਇਹ ਦੋ ਲੱਗੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।
너희가 보리라 하시니 ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਕੁਫਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਕੁਫਰ ਸੁਣਿਆ, ਤੁਹਾਡੀ ਕੀ ਸਲਾਹ ਹੈ? ਉਹਨਾਂ ਨੇ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ। ਤਦ ਉਹਨਾਂ ਨੇ ਉਹਦੇ ਮੂੰਹ ਉੱਤੇ ਥੁੱਕਿਆ ਅਰ ਉਹਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ, ਹੇ ਮਸੀਹ, ਸਾਨੂੰ ਅੰਗਮ ਗਿਆਨ ਨਾਲ ਦੱਸ, ਤੈਨੂੰ ਕਿਹਨੇ ਮਾਰਿਆ? ਸ੍ਰਿਸ਼ਟੀ ਨੇ ਸਿਰਫ ਸਿਰਜਣਹਾਰ ਪਰਮੇਸ਼ਵਰ ਦੇ ਵਿਰੁੱਧ ਇਹ ਕੰਮ ਕੀਤੇ। ਉਹਨਾਂ ਨੇ ਬੇਸ਼ਰਮੀ ਨਾਲ ਆਪਣੇ ਪਾਪਾਂ ਦਾ ਫਲ ਆਪਣੇ ਤੇ ਅਤੇ ਆਪਣੀਆਂ ਸੰਤਾਨਾਂ ਤੇ ਵਾਪਸ ਕਰਨ ਲਈ ਕਿਹਾ। ਆਓ ਅਸੀਂ ਅਧਿਆਇ 27 ਵਚਨ 27 ਉੱਤੇ ਜਾਈਏ। ਆਓ ਵਚਨ 27 ਵੇਖੀਏ। ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦੀਵਾਨਖਾਨੇ ਵਿੱਚ ਲੈ ਜਾ ਕੇ ਸਾਰਾ ਜੱਥਾ ਉਹਦੇ ਕੋਲ ਇਕੱਠਾ ਕੀਤਾ ਅਤੇ ਉਹਦੇ ਕੱਪੜੇ ਲਾਹ ਕੇ ਕਿਰਚੀ ਚੋਗਾ ਉਹਨੂੰ ਪਵਾਇਆ ਅਤੇ ਉਹਨਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹਦੇ ਸੱਜੇ ਹੱਥ ਵਿੱਚ ਦਿੱਤਾ ਅਰ ਉਹਦੇ ਸਾਹਮਣੇ ਗੋਡੇ ਨਿਵਾਏ ਅਤੇ ਉਹਨੂੰ ਠੱਠਾ ਮਾਰ ਕੇ ਆਖਿਆ, ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ। ਅਤੇ ਉਹਨਾਂ ਨੇ ਉਸ ਉੱਤੇ ਥੁੱਕਿਆ ਅਰ ਉਹ ਕਾਨਾ ਲੈ ਕੇ ਉਹਦੇ ਸਿਰ ਉੱਤੇ ਮਾਰਿਆ। ਜਦ ਉਹਨੂੰ ਠੱਠਾ ਕਰ ਹਟੇ ਤਦ ਉਹਨਾਂ ਨੇ ਉਹ ਚੋਗਾ ਉਹਦੇ ਉੱਤੋਂ ਲਾਹ ਲਿਆ ਅਰ ਉਸੇ ਦੇ ਕੱਪੜੇ ਉਹਨੂੰ ਪਵਾਏ ਅਤੇ ਸਲੀਬ ਉੱਤੇ ਚੜਾਉਣ ਲਈ ਉਹਨੂੰ ਲੈ ਗਏ। ਅਸੀਂ ਹੁਣੇ ਲੂਕਾ ਅਧਿਆਇ 23 ਅਤੇ ਮੱਤੀ ਅਧਿਆਇ 26 ਅਤੇ 27 ਨੂੰ ਪੜ੍ਹਿਆ। ਅਸੀਂ ਇਹਨਾਂ ਰਿਕਾਰਡਾਂ ਨੂੰ ਦੇਖਿਆ ਜੋ ਅੰਸ਼ਕ ਤੌਰ ਤੇ ਦਰਸਾਉਂਦੇ ਹਨ ਕਿ ਮਸੀਹ ਨੇ ਕੀ ਝੱਲਿਆ ਸੀ। ਕਲਪਨਾ ਕਰੋ ਕਿ ਜੇ ਸਾਡੇ ਸਰੀਰਕ ਪਿਤਾ ਨਿਰਦੋਸ਼ ਹੁੰਦੇ ਹੋਏ ਵੀ ਇਹਨਾਂ ਚੀਜ਼ਾਂ ਨੂੰ ਝੱਲ ਰਹੇ ਹੁੰਦੇ, ਤਾਂ ਤੁਸੀਂ ਉਹਨਾਂ ਦੇ ਬੱਚਿਆਂ ਦੇ ਰੂਪ ਵਿੱਚ ਕਿਵੇਂ ਮਹਿਸੂਸ ਕਰੋਗੇ? ਇਹ ਇੱਕ ਅਸਹਿਜ ਨਜ਼ਾਰਾ ਹੋਵੇਗਾ। ਜੇ ਅਸੀਂ ਆਪਣੇ ਸਾਹਮਣੇ ਅਜਿਹੇ ਅਪਮਾਨਾਂ ਨੂੰ ਦੇਖੀਏ ਤਾਂ ਅਸੀਂ ਗੁੱਸੇ ਹੋਵਾਂਗੇ। ਇਹ ਗੱਲਾਂ ਕਿਵੇਂ ਹੋ ਸਕਦੀਆਂ ਹਨ? ਹਾਲਾਂਕਿ ਸਾਡੇ ਦੁਆਰਾ ਕੀਤੇ ਗਏ ਪਾਪਾਂ ਦੇ ਕਾਰਨ ਮਸੀਹ ਇਹਨਾਂ ਸਾਰੇ ਦੁੱਖਾਂ ਵਿੱਚੋਂ ਲੰਘੇ। ਜੇ ਅਸੀਂ ਇਸ ਨੂੰ ਮਹਿਸੂਸ ਕੀਤਾ ਹੈ ਤਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਅੱਜ ਸਾਡੀ ਮਾਨਸਿਕਤਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਇਸ ਲਈ ਯਿਸੂ ਨੇ ਸਾਨੂੰ ਸਿਖਾਇਆ ਕਿ ਜੇ ਅਸੀਂ ਮਸੀਹ ਦੇ ਜੀਵਨ ਦੀ ਪਾਲਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਸਲੀਬ ਚੁੱਕ ਕੇ ਉਹਨਾਂ ਦੇ ਪਿੱਛੇ ਹੋਣਾ ਪਵੇਗਾ। ਯਿਸੂ ਨੇ ਸਾਨੂੰ ਸਿਖਾਇਆ ਹੈ ਕਿ ਸਵਰਗ ਦੇ ਰਾਜ ਵਿੱਚ ਵਾਪਸ ਜਾਣ ਦਾ ਇਹੀ ਤਰੀਕਾ ਹੈ। ਆਓ ਅਸੀਂ ਮੱਤੀ ਅਧਿਆਇ 16 ਉੱਤੇ ਜਾਈਏ। ਆਓ ਅਸੀਂ ਮੱਤੀ ਅਧਿਆਇ 16 ਵਚਨ 24 ਉੱਤੇ ਇੱਕ ਨਜ਼ਰ ਪਾਈਏ। ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ, ਜਿਹੜਾ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਮਸੀਹ ਦਾ ਪਾਲਣ ਕਰਨਾ ਚਾਹੁੰਦਾ ਹੈ, ਤਾਂ ਆਪਣੇ ਆਪ ਦਾ ਇਨਕਾਰ ਕਰੇ। ਉਹਨਾਂ ਨੂੰ ਆਪਣੇ ਹੰਕਾਰ ਅਤੇ ਜਿੱਦ ਦਾ ਇਨਕਾਰ ਕਰਨਾ ਪਵੇਗਾ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਇੱਥੇ ਸਲੀਬ ਅਸਲੀ ਸਲੀਬ ਨੂੰ ਨਹੀਂ ਦਰਸਾਉਂਦੀ, ਸਗੋਂ ਇਹ ਦੁੱਖ ਦਾ ਪ੍ਰਤੀਕ ਹੈ। ਯਿਸੂ ਨੇ ਕਿਹਾ ਕਿ ਸਾਨੂੰ ਇਸ ਦੁੱਖ ਨੂੰ ਉਠਾਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਿੱਛੇ ਹੋਣਾ ਚਾਹੀਦਾ ਹੈ। ਆਓ ਅਸੀਂ ਵਚਨ 25 ਵੇਖੀਏ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ, ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ। ਇੱਥੇ ਇਸ ਵਚਨ ਵਿੱਚ ਮਸੀਹ ਸੀਯੋਨ ਦੀਆਂ ਸੰਤਾਨਾਂ ਨੂੰ ਸਿਖਾਉਂਦੇ ਹਨ, ਜੋ ਕੋਈ ਮੇਰਾ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਤੋਂ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕੇ ਅਤੇ ਮੇਰੇ ਪਿੱਛੇ ਹੋ ਲਵੇ। ਇਸ ਲਈ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਪਤੀਰੀ ਰੋਟੀ ਦੇ ਪਰਬ ਦਾ ਤੱਤ ਸਾਰੇ ਹੰਕਾਰੀ ਅਤੇ ਘਮੰਡੀ ਵਿਚਾਰਾਂ ਨੂੰ ਤਿਆਗ ਕੇ ਆਪਣੀ ਸਲੀਬ ਚੁੱਕ ਕੇ ਮਨੁੱਖ ਜਾਤੀ ਨੂੰ ਬਚਾਉਣ ਦੇ ਇੱਕੋ ਇਰਾਦੇ ਨਾਲ ਮਸੀਹ ਦਾ ਪਾਲਣ ਕਰਨਾ ਹੈ। ਇਹ ਸਾਰੀਆਂ ਘਟਨਾਵਾਂ ਜਿਨ੍ਹਾਂ ਵਿੱਚੋਂ ਪਿਤਾ ਲੰਘੇ, ਉਹਨਾਂ ਦੀ ਯਸਾਯਾਹ ਅਧਿਆਇ 53 ਵਿੱਚ ਭਵਿੱਖਬਾਣੀ ਕੀਤੀ ਗਈ ਸੀ। ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਯਸਾ 53:5। ਆਖਰਕਾਰ ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਮੂਲ ਕਾਰਨ ਅਸੀਂ ਉਹਨਾਂ ਦੀਆਂ ਸੰਤਾਨਾਂ ਹਾਂ। ਅੱਜ ਸਾਨੂੰ ਇਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜੇ ਅਸੀਂ ਇਸ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਲਾਪਰਵਾਹੀ ਨਾਲ ਪੇਸ਼ ਆ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਅਸੀਂ ਮਸੀਹ ਦੇ ਜੀਵਨ ਦੀ ਪਾਲਣਾ ਕਰਨ ਲਈ ਲੋੜੀਂਦੇ ਵਿਸ਼ਵਾਸ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਹੋ ਜਾਵਾਂਗੇ। ਆਓ ਅਸੀਂ ਮਸੀਹ ਦੇ ਜੀਵਨ ਨੂੰ ਯਾਦ ਕਰੀਏ। ਮੈਨੂੰ ਆਸ ਹੈ ਕਿ ਅਸੀਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੇ ਬਲੀਦਾਨ ਨੂੰ ਕਦੇ ਨਹੀਂ ਭੁੱਲਾਂਗੇ।
잊지 않는 여러분과 제가 꼭 되도록 합시다. 자, 그렇다면 ਫਿਰ ਸਾਨੂੰ 이런 ਮਸੀਹ ਦੇ ਦੁੱਖ 그리스도의 ਤੋਂ 생애 ਕੀ 속에 ਸਿੱਖਣਾ ਚਾਹੀਦਾ ਹੈ? 고난 가운데서 우리가 배워야 할 부분이 ਆਓ ਅਸੀਂ ਇੱਕ ਪਤਰਸ ਅਧਿਆਇ 2 ਉੱਤੇ ਜਾਈਏ। 옮겨보도록 합시다. ਆਓ ਅਸੀਂ ਇੱਕ ਪਤਰਸ ਅਧਿਆਇ 2 ਵਚਨ 19 ਵੇਖੀਏ। ਕਿਉਂਕਿ ਜੇ ਕੋਈ ਪਰਮੇਸ਼ੁਰ ਦੇ ਖਿਆਲ ਨਾਲ ਬੇਇਨਸਾਫੀ ਚੱਲ ਕੇ ਦੁੱਖ ਸਹਿ ਲਵੇ ਤਾਂ ਇਹ ਪ੍ਰਵਾਨ ਹੈ। 이는 아름답다고 했습니다. ਜਦੋਂ ਅਸੀਂ ਦਰਦ ਅਤੇ ਦੁੱਖਾਂ ਤੋਂ ਲੰਘਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਪਰਮੇਸ਼ਵਰ ਬਾਰੇ ਸੋਚਣਾ ਚਾਹੀਦਾ ਹੈ। ਮੈਂ ਜੋ ਅਨੁਭਵ ਕਰ ਰਿਹਾ ਹਾਂ ਉਸ ਤੋਂ ਜ਼ਿਆਦਾ ਪਰਮੇਸ਼ਵਰ ਨੇ ਪ੍ਰੀਖਿਆਵਾਂ ਨੂੰ ਚੱਲਿਆ। ਉਹ ਮੇਰੇ ਲਈ ਅਜਿਹੇ ਰਾਹ ਤੇ ਤੁਰੇ। ਇੱਕ ਹੋਰ ਵਰਜ਼ਨ ਵਿੱਚ ਇਹ ਲਿਖਿਆ ਗਿਆ ਹੈ, ਜੇਕਰ ਤੁਸੀਂ ਪਰਮੇਸ਼ਵਰ ਬਾਰੇ ਸੋਚਦੇ ਹੋ ਅਤੇ ਦਰਦ ਨੂੰ ਚੱਲਦੇ ਹੋ ਤਾਂ ਇਹ ਪਰਮੇਸ਼ਵਰ ਨੂੰ ਖੁਸ਼ ਕਰਦਾ ਹੈ। ਵਚਨ 20 ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ, ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪ੍ਰਵਾਨ ਹੈ। ਵਚਨ 21 ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਿਮਿਤ ਤੁਹਾਡੇ ਦੁੱਖ ਝੱਲ ਕੇ ਮਸੀਹ ਨੇ ਦੁੱਖ ਦਾ ਨਮੂਨਾ ਦਿਖਾਇਆ, ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਪਈ ਤੁਸੀਂ ਉਹਦੀ ਪੈੜ ਉੱਤੇ ਤੁਰੋ। ਆਓ ਵਚਨ 22 ਵੇਖੀਏ। ਉਹਨੇ ਕੋਈ ਪਾਪ ਨਹੀਂ ਕੀਤਾ, ਨਾ ਉਹਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿਕਲੀ। ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਾ ਦਿੰਦਾ ਸੀ, ਸਗੋਂ ਆਪਣੇ ਆਪ ਨੂੰ ਉਹਦੇ ਹੱਥ ਸੌਂਪਦਾ ਸੀ ਜਿਹੜਾ ਯਥਾਰਥ ਨਿਆਂ ਕਰਦਾ ਹੈ। ਉਹ ਸਾਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਉਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ, ਤੁਸੀਂ ਤਾਂ ਭੇਡਾਂ ਵਾਂਗ ਭਟਕਦੇ ਫਿਰਦੇ ਸਾਓ, ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ। ਸੀਯੋਨ ਦੇ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਪਰਮੇਸ਼ਵਰ ਵੱਲ ਅਗਵਾਈ ਕਰਨ ਦੀ ਹਰੇਕ ਪ੍ਰਕਿਰਿਆ ਵਿੱਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹ ਨੇ ਸਾਡੇ ਲਈ ਕਿਵੇਂ ਦੁੱਖ ਝੱਲਿਆ ਅਤੇ ਉਹਨਾਂ ਦੇ ਕਦਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਫਿਰ ਹੀ ਅਸੀਂ ਦੂਜਿਆਂ ਨੂੰ ਬਚਾ ਸਕਦੇ ਹਾਂ। 1 ਪਤਰਸ ਅਧਿਆਇ 2 ਵਿੱਚ ਰਸੂਲ ਪਤਰਸ ਇਸ ਗੱਲ ਤੇ ਜ਼ੋਰ ਦਿੰਦਾ ਹੈ। ਇਸ ਲਈ ਨਵੇਂ ਨੇਮ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਸਾਨੂੰ ਅੱਜ ਮਨਾਏ ਜਾਣ ਵਾਲੇ ਇਸ ਪਰਬ ਦੁਆਰਾ ਵਰਤ ਰੱਖਣ ਦਾ ਸਮਾਂ ਦਿੱਤਾ ਤਾਂ ਜੋ ਅਸੀਂ ਮਸੀਹ ਦੇ ਜੀਵਨ ਨੂੰ ਥੋੜਾ ਵੀ ਨਾ ਭੁੱਲੀਏ। ਆਓ ਅਸੀਂ ਮਰਕੁਸ ਅਧਿਆਇ 2 ਉੱਤੇ ਜਾਈਏ। ਇਹ ਵਰਤ ਦਾ ਇੱਕ ਛੋਟਾ ਸਮਾਂ ਹੋ ਸਕਦਾ ਹੈ, ਪਰ ਕਈ ਮੈਂਬਰ ਅਜੇ ਵੀ ਮੁਸ਼ਕਿਲਾਂ ਦਾ ਅਨੁਭਵ ਕਰਦੇ ਹਨ। ਮਰਕੁਸ ਅਧਿਆਇ 2 ਵਚਨ 18 ਯੂਹੰਨਾ ਦੇ ਚੇਲੇ ਅਰ ਫਰੀਸੀ ਵਰਤ ਰੱਖਦੇ ਸਨ ਅਰ ਉਹਨਾਂ ਨੇ ਆਣ ਕੇ ਉਹਨੂੰ ਕਿਹਾ, ਇਹਦਾ ਕੀ ਕਾਰਨ ਹੈ ਜੋ ਯੂਹੰਨਾ ਦੇ ਚੇਲੇ ਅਤੇ ਫਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ? ਤਾਂ ਯਿਸੂ ਨੇ ਉਹਨਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ ਉਹ ਵਰਤ ਰੱਖ ਸਕਦੇ ਹਨ, ਜਿੰਨਾ ਚਿਰ ਲਾੜਾ ਉਹਨਾਂ ਨਾਲ ਹੈ ਉਹ ਵਰਤ ਨਹੀਂ ਰੱਖ ਸਕਦੇ। ਇੱਥੇ ਉਹਨਾਂ ਦੇ ਸਲੀਬ ਤੇ ਚੜਾਏ ਜਾਣ ਦਾ ਵਰਣਨ ਉਸ ਦਿਨ ਦੇ ਰਪੂ ਵਿੱਚ ਕੀਤਾ ਗਿਆ ਹੈ ਜਦੋਂ ਲਾੜੇ ਨੂੰ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ। ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਅੱਡ ਕੀਤਾ ਜਾਵੇਗਾ, ਤਦ ਉਸ ਦਿਨ ਉਹ ਵਰਤ ਰੱਖਣਗੇ। ਇਸ ਸਿੱਖਿਆ ਦੇ ਅਨੁਸਾਰ ਪਵਿੱਤਰ ਆਤਮਾ ਦੇ ਯੁੱਗ ਵਿੱਚ ਅਸੀਂ ਪਤੀਰੀ ਰੋਟੀ ਦੇ ਪਰਬ ਨੂੰ ਦੁਪਹਿਰ ਦੀ ਆਰਾਧਨਾ ਤੱਕ ਵਰਤ ਰੱਖਣ ਨਾਲ ਮਨਾਉਂਦੇ ਹਾਂ। ਇਹ ਦਰਸਾਉਂਦਾ ਹੈ ਕਿ ਅਸੀਂ ਮਸੀਹ ਦੇ ਦੁੱਖ ਵਿੱਚ ਹਿੱਸਾ ਲੈਂਦੇ ਹਾਂ। ਵਰਤ ਰੱਖਣਾ ਆਪਣੇ ਆਪ ਵਿੱਚ ਇੱਕ ਟੀਚਾ ਨਹੀਂ ਹੋਣਾ ਚਾਹੀਦਾ ਹੈ। ਇਸ ਦੀ ਬਜਾਏ ਸਾਨੂੰ ਇਸ ਦੇ ਅਰਥਾਂ ਬਾਰੇ ਸੋਚਣਾ ਚਾਹੀਦਾ ਹੈ। ਪਸਾਹ ਮਨਾਉਣ ਤੋਂ ਬਾਅਦ ਮਸੀਹ ਸਾਰੀ ਰਾਤ ਨਹੀਂ ਸੁੱਤੇ ਸੀ ਪਰ ਗਤਸਮਨੀ ਦੇ ਬਾਗ ਵਿੱਚ ਪ੍ਰਾਰਥਨਾ ਕੀਤੀ। ਬਾਈਬਲ ਦੱਸਦੀ ਹੈ ਕਿ ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਸੀ। ਇਸ ਦ੍ਰਿਸ਼ ਨਾਲ ਵੀ ਅਸੀਂ ਸਮਝ ਸਕਦੇ ਹਾਂ ਕਿ ਉਹ ਪਲ ਕਿੰਨਾ ਦੁਖਦਾਈ ਅਤੇ ਔਖਾ ਰਿਹਾ ਹੋਵੇਗਾ, ਹੈ ਨਾ? ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਉਹ ਚੇਲਿਆਂ ਕੋਲ ਆਏ ਤਾਂ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਸੌਂਦੇ ਦੇਖਿਆ। ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਾਓ। ਕਲਪਨਾ ਕਰੋ ਕਿ 3 ਵਾਰ ਚੇਲਿਆਂ ਕੋਲ ਆ ਕੇ ਅਤੇ ਉਹਨਾਂ ਸਾਰਿਆਂ ਨੂੰ ਸੁੱਤੇ ਹੋਏ ਦੇਖ ਕੇ ਉਹਨਾਂ ਨੇ ਕਿੰਨਾ ਇਕੱਲੇਪਨ ਮਹਿਸੂਸ ਕੀਤਾ ਹੋਵੇਗਾ।
ਸਿਰਫ ਇਸ ਇੱਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਤਾ ਦੇ ਦਰਦ ਅਤੇ ਦੁੱਖ ਨੂੰ ਸਾਂਝਾ ਕਰਨ ਵਾਲਾ ਕੋਈ ਨਹੀਂ ਸੀ। 아버지의 그 아픔과 괴로움에 함께 할 사람이 없었습니다. ਸਾਰਿਆਂ ਨੇ ਉਹਨਾਂ ਨੂੰ ਛੱਡ ਦਿੱਤਾ। 그 ਸਥਿਤੀ ਤੋਂ ਬਚਣ ਲਈ ਉਹਨਾਂ ਨੇ ਉਸ ਦਾ ਇਨਕਾਰ ਕਰ ਦਿੱਤਾ। ਉਹਨਾਂ ਦੇ ਚੇਲਿਆਂ ਵਿੱਚੋਂ ਇੱਕ ਨੇ ਚਾਂਦੀ ਦੇ 30 ਸਿੱਕਿਆਂ ਲਈ ਉਹਨਾਂ ਨਾਲ ਧੋਖਾ ਕੀਤਾ। ਉਹ ਇਕੱਲੇਪਣ ਦੇ ਸਮੇਂ ਵਿੱਚੋਂ ਲੰਘ ਗਏ। ਇਹ ਕੀ ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ? ਆਪਣੇ ਚੇਲਿਆਂ ਨੂੰ ਜਗਾਉਣ ਤੋਂ ਬਾਅਦ ਉਹ ਗਏ ਅਤੇ ਦੁਬਾਰਾ ਪ੍ਰਾਰਥਨਾ ਕੀਤੀ ਅਤੇ ਜਦੋਂ ਉਹ ਵਾਪਸ ਆਏ ਤਾਂ ਉਹ ਫਿਰ ਤੋਂ ਸੌ ਰਹੇ ਸੀ। ਹੁਣ ਅਸੀਂ ਇਹੀ ਕਰ ਰਹੇ ਹਾਂ। ਸਲੀਬ ਦਾ ਦੁੱਖ ਅਸਹਿਣਯੋਗ ਸੀ, ਫਿਰ ਵੀ ਉਹਨਾਂ ਦੇ ਜੀਵਨ ਵਿੱਚ ਕਿਸੇ ਨੇ ਉਹਨਾਂ ਨੂੰ ਦਿਲਾਸਾ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਨੇ ਉਹਨਾਂ ਦਾ ਸਾਥ ਦਿੱਤਾ। 위로가 되지 않고 위안이 되지 않고 함께 할 수 없었다는 것. 이제 2000 ਸਾਲ ਦਾ ਲੰਬਾ ਸਮਾਂ ਲੰਘ ਗਿਆ ਹੈ। ਸਵਰਗ ਦਾ ਰਾਜ ਬਹੁਤ ਨੇੜੇ ਆ ਰਿਹਾ ਹੈ। 가까워졌습니다. ਪਿਤਾ ਦਾ ਯੁੱਗ ਅਤੇ ਪੁੱਤਰ ਦਾ ਯੁੱਗ ਲੰਘ ਚੁੱਕਿਆ ਹੈ। 성자 시대를 거쳐서 ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ। 지난날의 모든 일들 ਇਹਨਾਂ ਘਟਨਾਵਾਂ ਤੇ ਵਿਚਾਰ ਕਰਦੇ ਹੋਏ ਸਾਨੂੰ ਆਪ ਵੀ ਮਸੀਹ ਦੇ ਦੁੱਖਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਉਹਨਾਂ ਦੇ ਕਦਮਾਂ ਤੇ ਚੱਲਣਾ ਚਾਹੀਦਾ ਹੈ। 그 길을 따를 수 있는 모두가 반드시 되셔야 되겠습니다. ਆਓ ਅਸੀਂ ਇੱਕ ਪਤਰਸ ਅਧਿਆਇ 5 ਵਿੱਚ ਇੱਕ ਹੋਰ ਵਚਨ ਦੇਖੀਏ। ਆਓ ਅਸੀਂ ਇੱਕ ਪਤਰਸ ਅਧਿਆਇ 5 ਵਚਨ 10 ਉੱਤੇ ਇੱਕ ਨਜ਼ਰ ਪਾਈਏ। ਅਤੇ ਪਰਮ ਕਿਰਪਾਲੂ ਪਰਮੇਸ਼ੁਰ ਜੀ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ। ਜਦ ਤੁਸੀਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆ ਕਰੇਗਾ। 구원을 받은 너희를 친히 온전케 하시고 굳게 하시고 강하게 하시고 틀을 견고케 하시리라 하고 했습니다. ਇਸ ਧਰਤੀ ਤੇ ਅਸੀਂ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ, ਉਹਨਾਂ ਵਿਚਕਾਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ, ਇਸ ਨੂੰ ਮਜ਼ਬੂਤ ਅਤੇ ਅਟਲ ਬਣਾਉਣ ਲਈ ਹਮੇਸ਼ਾ ਪਰਮੇਸ਼ਵਰ ਦੀ ਯੋਜਨਾ ਹੁੰਦੀ ਹੈ। 하나님의 섭리가 항상 그 속에 있다는 것을 잊지 않고 ਸਿਰਫ ਇਹਨਾਂ ਮੁਸ਼ਕਿਲਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਦੀ ਬਜਾਏ 회피만 하려고 ਸਾਨੂੰ 할 ਪਰਮੇਸ਼ਵਰ ਦੀਆਂ ਸੰਤਾਨਾਂ ਦੇ ਰੂਪ ਵਿੱਚ ਮੁਸ਼ਕਿਲਾਂ ਉੱਤੇ ਜਿੱਤ ਪਾਉਣ ਵਿੱਚ ਯੋਗ ਹੋਣਾ ਚਾਹੀਦਾ ਹੈ। 자녀들이 다 되시길 부탁드리겠습니다. ਆਓ ਅਸੀਂ ਹਮੇਸ਼ਾ ਪਰਮੇਸ਼ਵਰ ਬਾਰੇ ਵਿਚਾਰ ਕਰੀਏ ਅਤੇ ਜਿੱਤ ਪਾਈਏ। ਪਰਮੇਸ਼ਵਰ ਇਸ ਧਰਤੀ ਤੇ ਆਏ ਅਤੇ ਸਾਡੇ ਪਾਪਾਂ ਦੀ ਮਾਫੀ ਲਈ ਉਹਨਾਂ ਸਾਰੀਆਂ ਚੀਜ਼ਾਂ ਨੂੰ ਚੱਲਿਆ। ਇਸ ਦੇ ਮੁਕਾਬਲੇ ਮੈਂ ਜਿਸ ਵਿੱਚੋਂ ਲੰਘ ਰਿਹਾ ਹਾਂ ਉਹ ਕੁਝ ਵੀ ਨਹੀਂ ਹੈ। ਪਤੀਰੀ ਰੋਟੀ ਦੇ ਪ੍ਰਭ ਦੀ ਸਹੀ ਸਮਝ ਦੇ ਨਾਲ ਆਓ ਅਸੀਂ ਸੁਰੱਖਿਅਤ ਢੰਗ ਨਾਲ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ। ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।